ਸਰ ਜਿਸ ਤਰ੍ਹਾਂ ਤੁਸੀਂ ਅੱਜ ਇੱਥੇ ਪਹੁੰਚੇ ਹੋ, ਡਾਕਟਰਸ ਡੇ ਵੀ ਮਨਾਇਆ ਜਾ ਰਿਹਾ ਔਰ ਟਰੀ ਪਲਾਂਟੇਸ਼ਨ ਵੀ ਕੀਤੀ ਜਾ ਰਹੀ ਹੈ, ਹੈ ਨਾ, ਕੀ ਕਹਿਣਾ ਚਾਹੋਗੇ ਤੁਸੀਂ? ਅੱਜ ਡਾਕਟਰਸ ਡੇ ਹੈ। ਇਸ ਨੂੰ ਸਮਰਪਿਤ ਜਿਹੜਾ ਲਾਇਨਸ ਕਲੱਬ ਪੰਚਕੂਲਾ ਵੱਲੋਂ ਔਰ JLPL ਵੱਲੋਂ ਮਿਲ ਕੇ ਜਿਹੜਾ ਇਹ ਵਣ ਮਹਾਂ ਉਤਸਵ ਆ ਜਿਹੜਾ ਇਹ ਮਨਾਇਆ ਜਾ ਰਿਹਾ। ਅੱਜ ਦੇ ਦਿਨ ਡਾਕਟਰਸ ਡੇ ਨੂੰ ਸਮਰਪਿਤ ਜਿਹੜੇ ਟਰੀਜ਼ ਨੇ ਉਹ ਲਾਏ ਜਾ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰਸ ਦੁਨੀਆ ਭਰ ਦੇ ਵਿੱਚ ਬੈਠੇ ਡਾਕਟਰਸ ਜਿਹੜੇ ਮਾਨਵਤਾ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਔਰ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਅੱਜ ਇਹ ਕੀਤੀ ਆ, ਜਿਹੜਾ ਇਸ ਦਿਨ ਅੱਜ ਮਨਾ ਰਹੇ ਨੇ ਡਾਕਟਰਸ ਡੇ ਵਣ ਨੂੰ ਸਮਰਪਿਤ ਕਰਕੇ, ਅਤੇ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿੱਦਾਂ ਗਲੋਬਲ ਵਾਰਮਿੰਗ ਵੱਧ ਰਹੀ ਹੈ ਔਰ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਸ ਵਕਤ ਜਿਹੜੇ ਸਾਨੂੰ ਕੁਦਰਤ ਨੂੰ ਸਾਂਭ ਸੰਭਾਲ ਕਰਨ ਦੀ ਔਰ ਕੁਦਰਤ ਦੇ ਨਜ਼ਦੀਕ ਰਹਿਣ ਦੀ। ਔਰ ਕੁਦਰਤ ਦਾ ਸਭ ਤੋਂ ਜਿਹੜੀ ਵੱਡੀ ਨਿਆਮਤ ਆ ਉਹ ਸਾਨੂੰ ਦਰੱਖਤ ਨੇ। ਦਰੱਖਤ ਸਾਨੂੰ ਜਿੱਥੇ ਛਾਂ ਦਿੰਦੇ ਨੇ, ਉੱਥੇ ਸਾਨੂੰ ਹਵਾ ਦਿੰਦੇ ਨੇ, ਉੱਥੇ ਹੋਰ ਵੀ ਬਹੁਤ ਕੁਛ ਹੈ ਜਿਹੜਾ ਸਾਨੂੰ ਦਿੰਦੇ ਨੇ। ਔਰ ਸਾਡੇ ਇਹ ਇੱਕ ਮਨੁੱਖ ਦਾ ਅੰਗ ਨੇ, ਮੰਨ ਲਓ ਇਹ ਮਨੁੱਖ ਹੀ ਨੇ, ਇਹਨਾਂ ਨੂੰ ਮਨੁੱਖਾਂ ਵਾਂਗ ਪਾਲਣਾ ਚਾਹੀਦਾ। ਅੱਜ ਦੇ ਟਾਈਮ ਦੇ ਵਿੱਚ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਜੋ ਰੁੱਖ ਕੱਟੇ ਜਾ ਰਹੇ ਨੇ ਉਹੀ ਇੱਕ ਵੱਡਾ ਕਾਰਨ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਬਿਮਾਰੀਆਂ ਆ ਰਹੀਆਂ ਨੇ, ਸਾਨੂੰ ਜੂਝਣਾ ਪੈ ਰਿਹਾ, ਕਰੋਨਾ ਵਰਗੀ ਮਹਾਂਮਾਰੀ ਨਾਲ ਜੂਝਣਾ ਪੈ ਰਿਹਾ। ਮੈਂ ਸਮਝਦਾ ਵੀ ਇਹੀ ਸਭ ਤੋਂ ਵੱਡਾ ਕਾਰਨ ਹੈ। ਔਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇੱਕ ਹਰ ਮਨੁੱਖ ਲਾਵੇ ਇੱਕ ਰੁੱਖ ਦਾ ਜਿਹੜਾ ਨਾਅਰਾ ਉਹਦੇ 'ਤੇ ਚੱਲਦੇ ਹੋਏ ਹਰ ਇੱਕ ਬੰਦੇ ਨੂੰ ਰੁੱਖ ਲਾਉਣੇ ਚਾਹੀਦੇ ਨੇ। ਔਰ ਇਕੱਲੇ ਰੁੱਖ ਲਾਉਣੇ ਨਹੀਂ ਚਾਹੀਦੇ। ਮੈਂ ਇਹ ਸਮਝਦਾ ਵੀ ਰੁੱਖ ਲਾਉਣ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਵੀ ਹੋਣਾ ਚਾਹੀਦਾ। ਰੁੱਖ ਭਾਵੇਂ ਇੱਕ ਹੀ ਲਾਵੇ, ਲੇਕਿਨ ਉਹਨਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਲੈਣ ਤੋਂ ਬਾਅਦ ਹੀ ਜਿਹੜਾ ਇਹ ਲਾਇਆ ਜਾਵੇ। ਅਦਰਵਾਈਜ਼ ਤਾਂ ਇਹ ਕੰਮ ਦਾ ਕੋਈ ਫਾਇਦਾ ਨਹੀਂ ਹੈਗਾ। ਰੁੱਖ ਆਪਾਂ ਲਾਉਂਦੇ ਹਾਂ, ਲਾ ਕੇ ਸੁੱਕ ਜਾਂਦੇ ਨੇ, ਸੁੱਕ ਕੇ ਖਤਮ ਹੋ ਜਾਂਦੇ ਨੇ। ਅਤੇ ਇਸ ਕਰਕੇ ਮੈਂ ਇੱਥੇ ਜਿੰਨੇ ਵੀ ਵਲੰਟੀਅਰ ਖੜ੍ਹੇ ਨੇ, ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਸਾਰੇ ਬੰਦੇ ਜਿੰਨੇ ਵੀ ਨੇ ਆਪਣੀ ਆਪਣੀ ਜ਼ਿੰਮੇਵਾਰੀ ਲੈ ਕੇ ਹਰ ਇੱਕ ਰੁੱਖ ਦੀ ਜ਼ਿੰਮੇਵਾਰੀ ਲੈਣ ਅਤੇ ਉਹਨੂੰ ਪਾਲਣ ਤੱਕ ਉਹਨਾਂ ਨੂੰ ਜਦੋਂ ਪੂਰਾ ਵੱਡਾ ਹੋ ਜਾਵੇ, ਆਪਣੇ ਆਪ ਜਦੋਂ ਖੁਰਾਕ ਲੈਣ ਜੋਗਾ ਨਾ ਹੋ ਜਾਵੇ, ਉਦੋਂ ਤੱਕ ਉਹਦੀ ਸੇਵਾ ਕਰਨ। ਔਰ ਮੈਂ ਫਿਰ ਇੱਕ ਵਾਰੀ ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਨੇ ਡਾਕਟਰ, ਉਹਨਾਂ ਨੂੰ ਨਮਸਕਾਰ ਵੀ ਕਰਦਾ, ਉਹਨਾਂ ਅੱਗੇ ਸਿਰ ਵੀ ਝੁਕਾਉਂਦਾ। ਔਰ ਮੈਂ ਅੱਜ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਥੈਂਕ ਯੂ ਵੈਰੀ ਮਚ। ਸਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੂੰਗੀ ਕਿ ਜਿਹੜੀ ਤੁਹਾਡੀ ਕਲੱਬ ਹੈਗੀ ਆ, ਹੈ ਨਾ, ਉਸ ਦੇ ਦੌਰਾਨ ਜਿਸ ਤਰ੍ਹਾਂ ਕਿ ਦਰਖਤ ਲਗਾਏ ਜਾ ਰਹੇ ਆ, ਬੂਟੇ ਲਗਾਏ ਜਾ ਰਹੇ ਆ, ਕਿਉਂਕਿ ਹੁਣ ਆਪਾਂ ਦੇਖੀਏ ਕਿ ਕਰੋਨਾ ਕਾਲ ਦੇ ਵਿੱਚ ਜਿਸ ਚੀਜ਼ ਦੀ ਕਮੀ ਸਾਨੂੰ ਸਭ ਤੋਂ ਵੱਧ ਮਹਿਸੂਸ ਹੋਈ ਆ ਨਾ, ਆਕਸੀਜਨ ਦੀ, ਅਤੇ ਤੁਸੀਂ ਇੱਕ ਅੱਛਾ ਉਪਰਾਲਾ ਕਰ ਰਹੇ ਹੋ। ਅਤੇ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਕਲੱਬ ਆ ਉਹਦੀਆਂ ਹੋਰ ਕੀ ਐਕਟੀਵਿਟੀਜ਼ ਨੇ, ਮਤਲਬ ਹੋਰ ਕੀ ਕੰਮ ਤੁਹਾਡੇ ਦੁਆਰਾ ਕੀਤਾ ਜਾਂਦਾ? ਸ਼ੁਕਰੀਆ ਮੈਮ ਜੀ। ਮੈਂ ਤਰਨਜੀਤ ਅਤੇ ਸੁਮਿਤ ਸੋਢੀ ਨੇ, ਅਤੇ ਅਸੀਂ ਵੀ ਪੰਜਾਬ ਇੱਕ ਯੂਥ ਆਰਗੇਨਾਈਜੇਸ਼ਨ ਕ੍ਰੀਏਟ ਕੀਤੀ ਹੈ। ਪਲਾਂਟੇਸ਼ਨ, ਜਿਵੇਂ ਤੁਸੀਂ ਗੱਲ ਕੀਤੀ, ਪਲਾਂਟੇਸ਼ਨ ਪੰਜਾਬ ਦਾ ਵੈਸੇ ਇੱਕ ਬਹੁਤ ਵੱਡਾ ਹਿੱਸਾ ਹੈ ਹਰੀ ਕ੍ਰਾਂਤੀ ਦਾ ਕਰਕੇ। ਅਤੇ ਵੀ ਪੰਜਾਬ ਸਾਨੂੰ ਕਿਸੇ ਅਸੀਂ ਦੇਣਾ ਚਾਹੁੰਦੇ ਬੱਚਿਆਂ ਨੂੰ ਕਿ ਜਿੱਦਾਂ ਹੁਣ ਸ਼ਹਿਰੀਕਰਨ ਹੋ ਰਿਹਾ, ਤੁਸੀਂ ਹੁਣ ਅੱਜ ਦੇ ਮੌਸਮ ਗਰਮੀ ਕਰਕੇ ਵੀ ਵੇਖ ਰਹੇ ਹੋ, ਸਾਡੇ ਕੋਲ ਹੱਬ ਹੀ ਨਹੀਂ ਹੈਗੇ ਬੈਠਣ ਦੇ, ਸਾਡੇ ਕੋਲ ਪੇੜ ਪੌਦਿਆਂ ਦਾ ਕੋਈ ਪਾਰਕਸ ਨਹੀਂ ਹੈਗੇ। ਜੇ ਪਾਰਕ ਹੈਗੇ ਤਾਂ ਉਹ ਛੋਟੇ ਛੋਟੇ ਪੌਦੇ ਨੇ, ਅਤੇ ਬੜਾ ਅੱਛਾ ਉਹ ਮਿਲੇਗਾ ਸਾਨੂੰ। ਪਲੱਸ ਵੀ ਪੰਜਾਬ ਦਾ ਸਭ ਤੋਂ ਵੱਡਾ ਇੱਕ ਹੋਰ ਸਾਡਾ ਚੈਲੰਜ ਹੈਗਾ ਜਿਹੜਾ ਵਿਜ਼ਨਲੈਸ ਯੂਥ, ਬਿਲਕੁਲ ਵਿਜ਼ਨਲੈਸ ਹੈ, ਅਤੇ ਉਹਨਾਂ ਨੂੰ ਅਸੀਂ ਕਰੀਅਰ ਕਾਉਂਸਲਿੰਗ ਫ੍ਰੀ ਪ੍ਰੋਵਾਈਡ ਕਰਾ ਰਹੇ ਹਾਂ, ਉਹਨਾਂ ਦੇ ਪਿੰਡ, ਉਹਨਾਂ ਦੇ ਘਰ ਜਾ ਕੇ, ਵਿਦਆਊਟ ਐਨੀ ਕਾਸਟ। ਅਤੇ ਮਹਾਰਾਣਾ ਵੱਲੋਂ ਸਾਈਕੋਲੋਜਿਸਟ ਨੇ ਸਾਡੇ ਕੋਲ। ਜੇ ਸਾਡਾ ਬੱਚਾ ਪੰਜਾਬ ਦਾ, ਜੇ ਉਹਨੂੰ ਪਤਾ ਲੱਗ ਜਾਵੇ ਕਿ ਮੈਂ ਕੀ ਕਰਨਾ ਆਫਟਰ 10+1 +2, ਈਵਨ ਕਿ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਦੇਖ ਲਓ ਕਿ ਕੋਈ ਡਿਗਰੀ ਕਰਦਾ, BTech ਕਰ ਰਿਹਾ, ਇਲੈਕਟ੍ਰੋਨਿਕਸ ਦੀ ਕਰ ਰਿਹਾ, ਪਰ ਉਹਨੂੰ ABC ਨਹੀਂ ਪਤਾ ਹੁੰਦੀ ਬੱਚੇ ਨੂੰ ਕਈ ਵਾਰ, ਕਿਉਂਕਿ ਉਹਦਾ ਸ਼ੌਕ ਹੀ ਨਹੀਂ ਹੁੰਦਾ ਉਹ, ਅਤੇ ਉਹ ਬਾਅਦ 'ਚੋਂ ਇੰਸ਼ੋਰੈਂਸ ਕੰਪਨੀ 'ਚ ਜਾਂ ਕਿਤੇ ਹੋਰ ਕੰਪਨੀ 'ਚ ਮਾਰਕੀਟਿੰਗ ਕਰ ਰਿਹਾ ਹੁੰਦਾ। ਮਤਲਬ ਟੋਟਲ ਵੇਸਟੇਜ ਆਫ ਟਾਈਮ ਆ ਅਤੇ ਮਨੀ ਆ। ਉਹ ਪੇਰੈਂਟਸ ਵੀ ਵਿਚਾਰੇ ਲੱਖਾਂ ਰੁਪਇਆ ਲਗਾਉਂਦੇ ਪਹਿਲੇ, ਅਤੇ ਬਾਅਦ ਜਦ ਉਹਨਾਂ ਨੂੰ ਵਾਰੀ ਹੁੰਦੀ ਆ ਮਤਲਬ ਪ੍ਰੋਫਿਟ ਲੈਣ ਦੀ, ਜੋ ਮਰਜ਼ੀ ਆ ਉਹਨਾਂ ਨੂੰ ਕਰਨ ਦੀ, ਅਤੇ ਉਦੋਂ ਕੁਛ ਹੁੰਦਾ ਹੀ ਨਹੀਂ ਆਪਣੇ ਕੋਲ। ਉਹ ਵਿਚਾਰੇ ਜੋਬ ਨਹੀਂ ਹੈਗੀ ਉਹਨਾਂ ਕੋਲ, ਫਿਰ ਆਪਾਂ ਸਰਕਾਰਾਂ 'ਤੇ ਲਾਉਂਦੇ ਹਾਂ। ਮਤਲਬ ਸਕਿੱਲਸ ਨਹੀਂ ਹੈਗੀਆਂ, ਬੇਸਿਕਲੀ ਸਕਿੱਲਸ ਨਹੀਂ ਹੈਗੀਆਂ, ਅਤੇ ਉਸ ਲਈ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਹਰ ਮੋਹਾਲੀ ਜ਼ਿਲ੍ਹੇ ਸਾਡਾ ਪਹਿਲਾ ਉਹ ਹੈਗਾ ਪ੍ਰੋਗਰਾਮ, ਹਰ ਪਿੰਡ ਆਪਾਂ ਜਾ ਰਹੇ ਹਾਂ, ਅਤੇ ਬੜਾ ਅੱਛਾ ਹੁੰਗਾਰਾ ਹੈ ਸਾਨੂੰ, ਬੜਾ ਉਹ ਹੈ। ਅਤੇ ਵਾਟਰ ਸੇਵਿੰਗ ਦਾ ਸੈਕਿੰਡ ਹੈਗਾ, ਸਾਡੇ ਕੋਲ ਸਿਰਫ 15 ਸਾਲ ਦਾ ਪਾਣੀ ਰਹਿ ਗਿਆ। ਕਿਸਾਨ ਸ਼ਾਇਦ ਬੁਰਾ ਮੰਨਣ, ਪਰ ਇਹ ਪੈਡੀ ਹੈ ਜਿਹੜੀ ਇਸ ਵਕਤ ਸਾਡਾ ਮਤਲਬ ਖੋਖਲਾ ਕਰ ਰਹੀ ਸਨ ਪੰਜਾਬ ਨੂੰ, ਅਤੇ ਇਹ ਹੈਗਾ। ਪਲੱਸ ਸਭ ਤੋਂ ਹੋਰ ਜਿਹੜਾ ਇੰਪੋਰਟੈਂਟ ਪੁਆਇੰਟ ਇਹ ਹੈਗਾ, ਇਹ ਸਭ ਜਿਹੜੀ
ਵਜ੍ਹਾ ਹੈਗੀ ਆ ਉਹ ਹੈਗੀ ਆ ਸਾਡੇ ਮਾੜੇ ਲੀਡਰ। ਜੇ ਅਸੀਂ ਮਾੜਾ ਲੀਡਰ ਚੁਣਦੇ ਉਹਦੇ ਕੋਲ ਪਾਲਿਸੀ ਨਹੀਂ ਹੈਗੀ ਕੋਈ, ਉਹਨੂੰ ਕੁਝ ਨਹੀਂ ਆ, ਉਹਨੂੰ ਆਪਣੇ ਤੋਂ ਪਹਿਲੇ ਉਹਨੇ ਕਿਸੇ ਵੀ ਤਰੀਕੇ ਨਾਲ ਹੁੱਕ ਐਂਡ ਕਰੁੱਕ ਆਪਣੀ ਸੀਟ ਲੈ ਲੈਣੀ ਆ, ਸੀਟ ਤੋਂ ਬਾਅਦ 5 ਸਾਲ ਗੈਪ। ਛੋਟੀ ਮੋਟੀ ਜਿਹੜੀ ਸਕੀਮਸ ਹੁੰਦੀ ਆਲਰੇਡੀ ਰਨਿੰਗ ਹੁੰਦੀਆਂ, ਬਸ ਉਹ ਦਿਖਾ ਕੇ ਕਿ ਜੇ ਅਸੀਂ ਆਹ ਕਰਤੇ ਬੇਸਿਕ ਤੁਸੀਂ ਅੱਜ ਜਾਂ ਕੱਲ੍ਹ ਵਿੱਚ ਜੋ ਹੋ ਰਿਹਾ ਪੰਜਾਬ ਦਾ ਪਾਵਰ ਕੱਟਸ, ਬਚਪਨ ਦੀ ਯਾਦ ਆ ਰਹੀ ਹੈ। ਅੱਜ ਤੋਂ 30 ਸਾਲ ਪਹਿਲੇ ਦੀ ਯਾਦ ਆ ਰਹੀ ਕਿ ਲਾਈਟਸ ਨਹੀਂ ਹੁੰਦੀ ਸੀ, ਜੇ ਥੋੜ੍ਹੇ ਤਾਂ ਪੱਖਾ ਚੱਲ ਜਾਵੇ 2 ਘੰਟੇ ਲਾਈਟ ਆ ਜਾਵੇ ਬੜਾ। ਤੁਸੀਂ 30 ਸਾਲ ਪਿੱਛੇ ਮਤਲਬ ਤੁਸੀਂ ਤਰੱਕੀ ਨਹੀਂ ਕੀਤੀ ਅਜੇ ਤੱਕ। 30 ਸਾਲ ਤੋਂ ਤੁਸੀਂ ਉੱਥੇ ਹੀ ਬੈਠੇ ਹੋ ਕਿ ਬਸ ਹਾਂ ਕਰ ਲਓ ਜੋ ਮਰਜ਼ੀ ਕਰ ਲਓ, ਅਸੀਂ ਤਾਂ ਉੱਦਾਂ ਹੀ ਚੱਲਣਾ। ਤੇ ਇਹ ਬੇਸਿਕਲੀ ਸਾਡੀਆਂ ਉਹ ਹੈ ਕਿ ਸਾਡੀ ਇੱਕ ਮੁਹਿੰਮ ਹੈ ਕਿ ਚੰਗਾ ਲੀਡਰ ਚੁਣੋ, ਉਹਦੀ ਆਪਾਂ ਅਵੇਅਰਨੈਸ ਫੈਲਾ ਰਹੇ ਹਾਂ ਬੱਚਿਆਂ, ਕਿਉਂਕਿ ਯੂਥ ਜਿਹੜਾ ਹੈਗਾ ਹੁਣ ਬਜ਼ੁਰਗਾਂ ਨੂੰ ਤਾਂ ਸਮਝਾ ਨਹੀਂ ਸਕੇ ਕਿਉਂਕਿ ਥੋੜ੍ਹੇ ਜਿਹੇ ਹਾਰਡ ਸੋਚਦੇ ਹੋ ਜਾਂਦੇ ਆ। ਤੇ ਅੱਗੇ ਆਪਾਂ ਇਹ ਹੈ ਕਿ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਮੋਲਡ ਕਰ ਸਕੇ, ਉਹਨਾਂ ਨੂੰ ਘੱਟੋ ਘੱਟ ਆਪਣੇ ਡਿਸੀਜਨਸ ਆਪ ਲੈ ਸਕਣ ਵਿਦਆਊਟ ਇਨਫਲੂਐਂਸ। ਮੈਂ ਜਿਸ ਤਰ੍ਹਾਂ ਤਰਨਜੀਤ ਜੀ ਨੇ ਕਿਹਾ, ਸਾਡੇ 3 ਮੁੱਦੇ ਹੈਗੇ ਨੇ ਜਿਹਦੇ ਲੈ ਕੇ ਕਿ ਅਸੀਂ ਪਿੰਡਾਂ ਦੇ ਵਿੱਚ ਅਸੀਂ ਜਾਈਦਾ, ਲੋਕਾਂ ਨੂੰ ਮਿਲੀਦਾ, ਅਵੇਅਰ ਕਰੀਦਾ ਔਰ ਬਹੁਤ ਅੱਛਾ ਹੁੰਗਾਰਾ ਉਹਨਾਂ ਵੱਲੋਂ ਸਾਨੂੰ ਮਿਲ ਰਿਹਾ ਔਰ ਬਹੁਤ ਅੱਛਾ ਉਹਨਾਂ ਨੇ ਸਾਨੂੰ ਅੱਗੇ ਤੇ ਅੱਗੇ ਰੈਫਰੈਂਸਿਸ ਦਿੰਦੇ ਨੇ ਕਿ ਤੁਸੀਂ ਸਾਡੇ ਇੱਧਰ ਜਾਓ ਔਰ ਜਿਹੜੀ ਪ੍ਰੋਬਲਮਸ ਅੱਗੇ ਵੀ ਆਉਣ ਵਾਲੀਆਂ ਉਹ ਅਸੀਂ ਉਹਨਾਂ ਨੂੰ ਅਵੇਅਰ ਕਰੀਦਾ ਆ। ਤੇ ਤੁਹਾਡੇ ਚੈਨਲ ਮਾਧਿਅਮ ਅਸੀਂ ਇਹੀ ਕਹਾਂਗੇ ਕਿ ਸਾਰੇ ਜਾਣੇ ਮਤਲਬ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਔਰ ਵੱਧ ਤੋਂ ਵੱਧ ਜਿਸ ਤਰ੍ਹਾਂ ਅਸੀਂ ਅੱਜ ਪਲਾਂਟੇਸ਼ਨ ਕੀਤੀ ਹੈ ਉਹ ਵੀ ਆਪਣੇ ਪਿੰਡਾਂ 'ਚ ਵੀ ਕਰ ਸਕਦੇ ਨੇ, ਸ਼ਹਿਰਾਂ 'ਚ ਵੀ ਕਰ ਸਕਦੇ ਨੇ ਤੇ ਘੱਟੋ ਘੱਟ ਆਪਣਾ ਇਨੀਸ਼ੀਏਟਿਵ ਇੱਕ ਆਪਣੇ ਵੱਲੋਂ ਸ਼ੁਰੂਆਤ ਕਰਨ। ਜੇ ਕਰੋਨਾ ਕਾਲ ਦੀ ਗੱਲ ਕਰੀਏ ਤਾਂ ਡਾਕਟਰ ਹੈ, ਮੈਨੂੰ ਲੱਗਦਾ ਹਰ ਇੱਕ ਲਈ ਮਸੀਹਾ ਬਣ ਕੇ ਨਿਤਰੇ ਹੈ ਨਾ, ਕਿਉਂਕਿ ਬਹੁਤ ਸਾਰੇ ਜਿਹੜੇ ਦੇਸ਼ ਨੂੰ ਮਤਲਬ ਇਸ ਹਾਲਾਤ ਤੋਂ ਕੱਢਣ ਦੇ ਵਿੱਚੋਂ ਡਾਕਟਰਸ ਦਾ ਸਭ ਤੋਂ ਵੱਡਾ ਅਹਿਮ ਯੋਗਦਾਨ ਹੈ। ਤੇ ਤੁਸੀਂ ਕੀ ਕਹੋਗੇ ਅੱਜ ਦੇ ਇਸ ਦਿਨ ਤੇ ਜਿਹੜਾ ਡਾਕਟਰਸ ਡੇ ਮਨਾਇਆ ਜਾ ਰਿਹਾ? Thank you very much for inviting me on Doctors Day, and I am highly privileged and honored by this invitation, and I am really thankful for contributing to the tree plantation organized by Lions Club, and because these trees they give real oxygen to the people, and this is every person should ensure that they should plant some trees for the future, for future generations and all those things. But I want to give only one message for everyone, that we have fought bravely with the first wave and second wave of the corona, and experts say the third wave is also coming and for children are at high risk. I want to request all the people to get vaccinated as early as possible when their turns comes. Vaccine is very safe and reliable, effective. And secondly, if you are getting co-vaccine, you should get the second dose after around 3 months. If you are getting Covishield, then you get second dose maybe nearly after 3 months. And if you are getting co-vaccine, then after 4 to 6 weeks, second dose can be given. And secondly, please wear proper face masks covering both nose and mouth. And thirdly, make 2 feet distance when in public places, and try to avoid unnecessary visit to the outside if it's not necessary. So my humble request to all the people to follow these COVID appropriate behavior, what we call frequent hand washing and all those things. And last, that all of you must have faith and praise the front line healthcare worker, including doctors, nurses, paramedical staff, municipal corporation workers, sanitation workers, and this police personnel. Thank you.
ਥੋੜਾ ਜਿਹਾ ਆਪਣੀ ਸੰਸਥਾ ਬਾਰੇ ਦੱਸੋਗੇ ਕਿ ਤੁਸੀਂ ਕਦੋਂ ਤੋਂ ਇੱਧਰ ਜੁੜੇ ਹੋ ਔਰ ਕੀ ਕੀ ਕੰਮ ਹੁਣ ਤੱਕ ਤੁਸੀਂ ਕਰ ਚੁੱਕੇ ਹੋ? ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਸਾਡੀ ਆਰਗੇਨਾਈਜੇਸ਼ਨ ਹੈਗੀ ਹੈ ਲਾਇਨਸ ਕਲੱਬ ਆਫ ਪੰਚਕੂਲਾ ਪ੍ਰੀਮੀਅਰ। ਸਾਡਾ ਡਿਸਟ੍ਰਿਕਟ 321A2 ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਸਾਡੀ ਲਾਇਨਸ ਦੀ। ਦੁਨੀਆ ਵਿੱਚ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਹੈ NGO ਦੈਟ ਇਜ਼ ਲਾਇਨਸ ਇੰਟਰਨੈਸ਼ਨਲ, ਉਹਦੇ ਅਸੀਂ ਮੈਂਬਰ ਹਾਂ। 1.4 ਮਿਲੀਅਨ ਸਾਡੇ ਮੈਂਬਰ ਹੈ ਥਰੂ ਆਊਟ ਦਾ ਵਰਲਡ। 208 ਕੰਟਰੀਜ਼ ਵਿੱਚ ਅਸੀਂ ਫੈਲੇ ਹੋਏ ਹਾਂ ਤੇ ਇੱਕ ਜਿਹੜਾ ਕਲੱਬ ਹੈਗਾ ਉਹ ਇੱਥੇ ਲੋਕਲ ਅਸੀਂ ਐਕਟੀਵਿਟੀ ਕਰਦੇ ਹਾਂ। ਜਿਹੜੀ ਅੱਜ ਦੀ ਐਕਟੀਵਿਟੀ ਸਾਡੀ ਹੈਗੀ ਹੈ ਉਹ ਹੈਗੀ ਹੈ ਡਾਕਟਰਸ ਡੇ ਸੈਲੀਬ੍ਰੇਸ਼ਨ। ਤੁਹਾਨੂੰ ਪਤਾ ਹੀ ਆ ਜਿਹੜੇ ਮਹਾਮਾਰੀ ਵਿੱਚ ਡਾਕਟਰਸ ਨੂੰ ਬਹੁਤ ਹੀ ਔਖਾ ਟਾਈਮ ਦੇਖਣਾ ਪਿਆ। ਉਹਨਾਂ ਨੂੰ ਕਰੋਨਾ ਵੀ ਫੇਸ ਕਰਨਾ ਪਿਆ ਤੇ ਮਾੜੇ ਬੰਦੇ ਵੀ ਫੇਸ ਕਰਨੇ ਪਏ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਹਾਲਾਤ ਹੈਗੀ ਹੈ I think they deserve to be honored at each and every occasion. Fortunately, today is the 1st of June, which is the National Doctors Day. Doctors Day, shayad ਤੁਹਾਨੂੰ ਪਤਾ ਹੋਏਗਾ, it's celebrated because of Dr. B.C. Roy, who was the first Chief Minister of Bengal. ਤੇ ਉਹਨਾਂ ਦੇ ਕਰਕੇ ਸਾਰੀ ਹਿੰਦੁਸਤਾਨ ਵਿੱਚ ਸੈਲੀਬ੍ਰੇਟ ਕਰਦੇ ਆ। ਅਸੀਂ ਵੀ ਡਾਕਟਰ ਸਾਹਿਬ ਨੂੰ ਬੁਲਾਇਆ ਹੋਇਆ ਹੈ PGI ਤੋਂ, ਹੀ ਇਜ਼ ਦੀ ਹੈਡ ਆਫ ਡਿਪਾਰਟਮੈਂਟ, ਤੇ ਉਹਨਾਂ ਕੋਲੋਂ ਅਸੀਂ ਟਰੀ ਪਲਾਂਟੇਸ਼ਨ ਵੀ ਕਰਾਵਾਂਗੇ ਤੇ ਉਹਨਾਂ ਕੋਲੋਂ ਅਸੀਂ ਕੋਈ ਉਹਨਾਂ ਦੇ ਬਚਨ ਤੇ ਐਕਸਪੀਰੀਐਂਸਿਸ ਵੀ ਸੁਣਾਂਗੇ। ਸੈਕੰਡ, ਸਾਡੇ ਚੀਫ ਗੈਸਟ ਜਿਹੜੇ ਹੈਗੇ ਨੇ ਉਹ ਐਕਸ ਮੇਅਰ ਆਫ ਮੋਹਾਲੀ ਸਰਦਾਰ ਕੁਲਵੰਤ ਸਿੰਘ ਜੀ ਨੇ। ਉਹਨਾਂ ਨੂੰ ਅਸੀਂ ਬੁਲਾਇਆ ਹੈ ਸਪੈਸ਼ਲੀ। ਇੱਕ ਹੋਰ ਟਰੀ ਪਲਾਂਟੇਸ਼ਨ ਉਹਨਾਂ ਕੋਲੋਂ ਕਰਾਵਾਂਗੇ ਸੋ ਦੈਟ ਸਾਡੀ ਇਹ ਜਿਹੜੀ ਸਾਈਟ ਹੈਗੀ ਹੈ ਇਹਦੇ ਤੇ ਦੋ ਮਹਾਨ ਹਸਤੀਆਂ ਕੋਲੋਂ ਅਸੀਂ ਪਲਾਂਟੇਸ਼ਨ ਕਰਾਂਗੇ। ਮੇਰੇ ਨਾਲ ਮੇਰੇ ਪ੍ਰੈਜ਼ੀਡੈਂਟ ਨੇ ਲਾਇਨ ਗੌਰਵ ਖੰਨਾ। ਸਾਡੇ ਕਲੱਬ ਵੱਲੋਂ ਜੀ ਦਿਸ ਇਜ਼ ਅ ਵੈਰੀ ਗ੍ਰੇਟ ਇਨੀਸ਼ੀਏਟਿਵ ਕਿ ਡਾਕਟਰਸ ਡੇ ਤੇ ਇਨਸੀਡੈਂਟਲੀ ਅੱਜ ਟਰੀ ਪਲਾਂਟੇਸ਼ਨ ਵੀ ਹੈ ਤੇ ਡਾਕਟਰਸ ਨੂੰ ਆਨਰ ਵੀ ਕਰ ਰਹੇ ਹਾਂ ਅਸੀਂ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਡਿਊਰਿੰਗ ਥੀਸ ਪੈਂਡੇਮਿਕ ਟਾਈਮਸ ਡਾਕਟਰਸ ਨੇ ਬੇਇੰਤਹਾ ਸੇਵਾ ਕੀਤੀ ਹੈ ਜੀ। ਦੇ ਹੈਵ ਬੀਨ ਪਿਲਰਸ ਆਫ ਦਾ ਫਾਈਟ ਅਗੇਂਸਟ ਕਰੋਨਾ ਤੇ ਐਂਡ ਦੇ ਡਿਜ਼ਰਵ ਟੂ ਬੀ ਆਨਰਡ। ਸੋ ਵੀ ਫਾਊਂਡ ਦਿਸ ਓਪਰਚੁਨਿਟੀ ਕਿ ਅੱਜ ਇਨਸੀਡੈਂਟਲੀ ਡਾਕਟਰਸ ਡੇ ਤੇ ਉਹਨਾਂ ਨੂੰ ਆਨਰ ਕਰ ਸਕੀਏ। ਸੋ ਵੀ ਆਰ ਡੂਇੰਗ ਆਵਰ ਬਿਟ ਟੂ ਕੰਟਰੀਬਿਊਟ ਟੂਵਰਡਸ ਕਿ ਅਸੀਂ ਉਹਨਾਂ ਨੂੰ ਆਨਰ ਵੀ ਕਰੀਏ ਤੇ ਜੋ ਆਪਣੀ এনवायरमेंट ਦੇ ਗਰੋਥ ਵਾਸਤੇ ਟਰੀ ਪਲਾਂਟੇਸ਼ਨਸ ਕਰ ਰਹੇ ਹਾਂ ਉਹਦੇ 'ਚ ਵੀ ਆਪਣਾ ਹਿੱਸਾ ਪਾਈਏ।